हेलो स्टूडेंट्स, वेलकम बैक टू माय चैनल ए टू ज़ेड नॉलेज एंड आई होप यू ऑल आर डूइंग वेल। तो इस वीडियो ਵਿੱਚ ਆਪਾਂ ਦੇਖਣ ਜਾ ਰਹੇ ਹਾਂ ਆਪਣਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਕਲਾਸ 10th ਚੈਪਟਰ ਆਫ ਸਾਇੰਸ ਚੈਪਟਰ ਨੰਬਰ 1 ਰਸਾਇਣਿਕ ਕਿਰਿਆ ਤੇ ਸਮੀਕਰਨਾਂ ਦਾ ਇੱਕ ਬਹੁਤ ਇੰਪੋਰਟੈਂਟ ਟਾਪਿਕ ਰਸਾਇਣਿਕ ਕਿਰਿਆਵਾਂ ਦੀਆਂ ਕਿਸਮਾਂ। ਠੀਕ ਹੈ, ਇਸ ਚੈਪਟਰ ਦੇ ਵਿੱਚ ਆਪਾਂ ਜੋ ਹੈ ਰਸਾਇਣਿਕ ਕਿਰਿਆਵਾਂ ਦੀਆਂ ਕਿਸਮਾਂ ਦੇ ਬਾਰੇ ਪੜਾਂਗੇ। ਇਸ ਤੋਂ ਪਹਿਲਾਂ ਮੈਂ ਆਲਰੇਡੀ 2 ਵੀਡੀਓਜ਼ ਅਪਲੋਡ ਕਰ ਚੁੱਕੀ ਹਾਂ। हाँ जी स्टूडेंट्स, तो ਆਪਾਂ ਪਿਛਲੀ ਵੀਡੀਓ ਦੇ ਵਿੱਚ ਪੜ੍ਹਿਆ ਸੀ ਆਪਣਾ ਜੋ ਹੈ 2 ਕਿਰਿਆਵਾਂ ਵੇਖੀਆਂ ਸੀਗੀਆਂ। ਪਹਿਲੀ ਕਿਰਿਆ ਜੋ ਸੀਗੀ ਆਪਣੀ ਸੀਗੀ ਉਹ ਸੰਯੋਜਨ ਕਿਰਿਆ ਅਤੇ ਦੂਸਰੀ ਸੀ ਆਪਣੀ ਅਪਘਟਨ ਕਿਰਿਆ। ਠੀਕ ਹੈ, ਆਪਾਂ ਦੋਨਾਂ ਬਾਰੇ ਦੇਖਿਆ ਸੀਗਾ ਕਿ ਕੀ ਹੁੰਦੀਆਂ ਨੇ। ਜੇ ਤੁਸੀਂ ਮੇਰੀ ਉਹ ਵੀਡੀਓ ਨਹੀਂ ਦੇਖੀ ਤੁਸੀਂ ਮੇਰੀ ਵੀਡੀਓ ਪਲੇਲਿਸਟ 'ਚ ਜਾ ਕੇ ਦੇਖ ਸਕਦੇ ਹੋ। ਹੁਣ ਆਪਾਂ ਇੱਥੇ ਜਿਹੜੀ ਤੀਸਰੀ ਕਿਰਿਆ ਹੈ ਤੇ ਉਹ ਪੜ੍ਹਨ ਜਾ ਰਹੇ ਹਾਂ ਵਿਸਥਾਪਨ, ਜਿਹਨੂੰ ਆਪਾਂ ਡਿਸਪਲੇਸਮੈਂਟ ਰਿਐਕਸ਼ਨ ਵੀ ਬੋਲਦੇ ਹਾਂ। ਠੀਕ ਹੈ, ਦੇਖੋ ਜੀ ਪਲੇਸ ਵਰਡ ਆਇਆ ਹੋਇਆ ਇੱਥੇ। ਠੀਕ ਹੈ ਨਾ, ਵਿਸਥਾਪਨ। ਠੀਕ ਹੈ, ਵਿਸਥਾਪਨ ਦਾ ਮਤਲਬ ਇਹ ਹੈ ਕਿ ਇੱਕ ਜਗ੍ਹਾ ਤੋਂ ਚੀਜ਼ ਜਿਹੜੀ ਹੈ ਉਹ ਦੂਸਰੀ ਜਗ੍ਹਾ 'ਤੇ ਚਲੀ ਗਈ। ਠੀਕ ਹੈ, ਦੂਸਰੀ ਦੀ ਜਗ੍ਹਾ ਲੈ ਲਈ ਉਹਨੇ। ਠੀਕ ਹੈ, ਇਹ ਕਹਿਣ ਦਾ ਮਤਲਬ ਹੈ ਤਾਂ ਜੋ ਆਪਣੀ ਰਿਐਕਸ਼ਨ ਹੈ ਉਹ ਇੱਕਦਮ ਇਸੀ 'ਤੇ ਬੇਸਡ ਹੈਗੀ ਹੈ। ਚਲੋ ਦੇਖ ਲਏ ਹਾਂ। ਹੁਣ ਦੇਖੋ ਕਿਰਿਆ ਦੇ ਵਿੱਚ ਆਪਾਂ ਕਰਨਾ ਕੀ, ਕਹਿੰਦੇ ਲੋਹੇ ਦੀਆਂ 3 ਮੇਖਾਂ ਲੈ ਲਓ ਤੁਸੀਂ। ਠੀਕ ਹੈ, ਕਿੱਲਾ ਲੈ ਲੈਣੀ ਆਪਾਂ 3, ਉਹਨਾਂ ਨੂੰ ਰੇਗਮਾਰ ਨਾਲ ਰਗੜ ਕੇ ਸਾਫ਼ ਕਰ ਲੈਣਾ ਹੈ। ਉਸ ਤੋਂ ਬਾਅਦ 2 ਪਰਖ ਨਲੀਆਂ। ਠੀਕ ਹੈ, ਤੁਸੀਂ ਕਰਨਾ ਵਾ 2 ਟੈਸਟ ਟਿਊਬ ਜਿਹੜੀ ਹੁੰਦੀਆਂ ਨੇ ਪਰਖ ਨਲੀਆਂ। ਠੀਕ ਹੈ, ਐਵੇਂ ਲੈ ਲੈਣੀ ਹੈ। ਇੱਕ ਆ ਲੈ ਲਈ ਤੁਸੀਂ ਜੀ। ਠੀਕ ਹੈ ਨਾ, ਜੇ ਇੱਕ ਆ ਦੂਸਰੀ ਪਰਖ ਨਲੀ ਲੈ ਲਈ। ਠੀਕ ਹੈ ਨਾ, ਤੁਸੀਂ ਲੈ ਕੇ ਉਹਨਾਂ ਉੱਤੇ AB ਲਿਖ ਦਿਓ। ਚਲੋ ਜੀ ਆਪਾਂ AB ਲਿਖ ਦਿੰਦੇ ਹਾਂ। A ਲਿਖਤਾ, B ਲਿਖਤਾ, ਹਾਂਜੀ ਦੇ ਚਿੰਨ੍ਹ ਲਗਾਓ। ਹਰ ਪਰਖ ਨਲੀ ਵਿੱਚ 10 ਮਿਲੀਮੀਟਰ ਕਾਪਰ ਸਲਫੇਟ ਦਾ ਘੋਲ ਪਾਓ। ਘੋਲ ਦਾ ਮਤਲਬ ਪਾਣੀ ਵੀ ਹੈ ਉਹਦੇ ਅੰਦਰ। ਠੀਕ ਹੈ, ਆਪਾਂ ਇੱਕ ਤਾਂ ਕਾਪਰ ਸਲਫੇਟ ਦਾ ਘੋਲ ਪਾਤਾ, ਇੱਥੇ ਵੀ ਪਾਤਾ, ਚਲੋ ਇਹ 'ਚ ਵੀ ਪਾਤਾ। ਠੀਕ ਹੈ, 2 ਮੇਖਾਂ ਨੂੰ ਧਾਗੇ ਬੰਨੋ ਅਤੇ ਧਿਆਨਪੂਰਵਕ ਉਹਨਾਂ ਨੂੰ ਕਾਪਰ ਸਲਫੇਟ ਦੇ ਘੋਲ ਵਾਲੀ ਪਰਖ ਨਲੀ B ਵਿੱਚ ਲਗਭਗ 20 ਕੀ ਲਿਖਿਆ 20 ਮਿੰਟ ਲਈ ਡੁਬੋ। ਕੀ ਕਰਨਾ ਹੁਣ ਆਪਾਂ ਕਹਿੰਦੇ 2 ਮੇਖਾਂ ਨੂੰ ਧਾਗੇ ਨਾਲ ਬੰਨ੍ਹ ਕੇ, ਠੀਕ ਹੈ, ਧਿਆਨਪੂਰਵਕ ਕੀ ਕਰਨਾ ਉਹਨਾਂ ਨੂੰ ਕਾਪਰ ਸਲਫੇਟ ਦੇ ਘੋਲ ਵਾਲੀ ਪਰਖ ਨਲੀ B। ਠੀਕ ਹੈ ਨਾ, ਇਹ ਪਰਖ ਨਲੀ B ਸੀ ਜਿਵੇਂ, ਇਹਦੇ ਵਿੱਚ ਆਪਾਂ ਪਾ ਦੇਣਾ ਵਾ। ਠੀਕ ਹੈ ਨਾ, ਕੀ ਪਾ ਦੇਣੀ ਆਪਾਂ ਕਿੱਲਾ ਪਾ ਦੇਣੀ ਹੈ। ਆਲੋ ਜੀ ਆ ਕਿੱਲਾ ਪਾਤੀਆਂ ਆਪਾਂ। ਠੀਕ ਹੈ, ਇਹਦੇ ਅੰਦਰ ਉਸ ਤੋਂ ਬਾਅਦ 20 ਮਿੰਟ ਪਿੱਛੋਂ ਮੇਖਾਂ ਨੂੰ ਕਾਪਰ ਸਲਫੇਟੋ ਵਿੱਚੋਂ ਬਾਹਰ ਕੱਢ ਲੈਣਾ। ਹੁਣ ਇਹਦੇ ਵਿੱਚੋਂ ਜਿਹੜੀ ਆ ਮੇਖ ਜਿਹੜੇ ਆਪਾਂ ਪਾਈ ਹੋਈ ਸੀ ਨਾ ਆਪਾਂ ਬਾਹਰ ਕੱਢ ਲਾਂਗੇ। ਠੀਕ ਹੈ ਨਾ, ਹੁਣ ਦੇਖੋ ਅੱਗੇ ਕੀ ਹੋਏਗਾ। ਕਹਿੰਦੇ ਪਰਖ ਨਲੀ A ਅਤੇ ਪਰਖ ਨਲੀ B ਵਿੱਚ ਕਾਪਰ ਸਲਫੇਟ ਦੇ ਨੀਲੇ ਰੰਗ ਦੀ ਤੀਬਰਤਾ ਦੀ ਤੁਲਨਾ ਕਰੋ। ਫਿਰ ਤੁਸੀਂ ਕੀ ਦੇਖੋਗੇ ਕਿ 2 ਪਰਖ ਨਲੀਆਂ ਸੀਗੀਆਂ ਆਪਣੀਆਂ, ਇੱਕ ਤਾਂ A ਸੀਗੀ ਅਤੇ ਦੂਸਰੀ ਸੀਗੀ B ਵਾਲੀ ਕਿਹੜੀ ਸੀਗੀ ਜਿਹਦੇ ਵਿੱਚ ਆਪਾਂ ਸਾਰਾ ਕੁਝ ਪਾਇਆ ਸੀਗਾ। ਠੀਕ ਹੈ ਨਾ, ਆਪਾਂ ਕੀ ਪਾਤਾ ਸੀ ਕਾਪਰ ਸਲਫੇਟ ਦਾ ਜਿਹੜਾ ਸੋਲਿਊਸ਼ਨ ਸੀਗਾ ਹੈ ਨਾ ਉਹ ਪਾਤਾ ਸੀਗਾ, ਆਪਾਂ ਘੋਲ ਪਾਤਾ ਸੀਗਾ। ਫਿਰ ਉਹਦੇ ਅੰਦਰ ਆਪਾਂ ਕਿੱਲਾ ਪਾਤੀਆਂ ਸੀਗੀਆਂ, ਫਿਰ ਉਹਨੂੰ ਬਾਹਰ ਕੱਢ ਲਈਆਂ ਅਤੇ ਇਹਦੇ ਵਿੱਚ ਸਿੰਪਲ ਕਾਪਰ ਸਲਫੇਟ ਸੀਗਾ। ਫਿਰ ਤੁਸੀਂ ਕੀ ਦੇਖੋਗੇ, ਹੁਣ ਉਹ ਕੀ ਬੋਲਦੇ ਪਏ ਨੇ ਕਿ ਤੁਲਨਾ ਕਰਨੀ ਹੈ A ਅਤੇ B ਦੀ। ਕਾਪਰ ਸਲਫੇਟ ਦੇ ਘੋਲ ਵਿੱਚ ਡੁਬੋ ਕੇ ਰੱਖਿਆ ਮੇਖਾਂ ਦੇ ਰੰਗ ਦੀ ਤੁਲਨਾ ਬਾਹਰ ਰੱਖੀ ਮੇਖਾਂ ਦੇ ਰੰਗ ਦੇ ਨਾਲ ਕਰਨੀ ਹੈ। ਹੁਣ ਦੇਖੋ ਕੀ ਹੋਏਗਾ। ਦੇਖੋ ਹਾਂਜੀ ਉਹਨਾਂ ਦੇ ਦੇਖ ਲੈਂਦੇ ਇੱਥੇ ਜਿਵੇਂ ਹੈਗਾ ਆਪਣੇ ਕੋਲ ਆਲਰੇਡੀ। ਦੇਖੋ ਇਹ ਜਿਹੜਾ ਆਪਣਾ ਮੰਨ ਲਓ ਇਹ ਹੈ ਪਰਖ ਨਲੀ, ਇਹ ਹੈ ਕਾਪਰ ਸਲਫੇਟ ਦਾ ਘੋਲ ਪਾਤਾ। ਇਹ ਸੀਗੀ ਪਰਖ ਨਲੀ ਦੂਸਰੀ ਵਾਲੀ, ਥੋੜ੍ਹਾ ਉੱਪਰ ਕਰਕੇ ਦਿਖਾਣੀ ਤੁਹਾਨੂੰ ਮੈਂ। ਹਾਂਜੀ ਆ ਦੇਖੋ ਇੱਦਾਂ ਇਹ ਆਪਣੀ ਪਰਖਣ ਲਈ ਦੂਸਰੀ ਸੀਗੀ। ਠੀਕ ਹੈ ਨਾ, ਉਸ ਤੋਂ ਬਾਅਦ ਆਪਾਂ ਕੀ ਕੀਤਾ, ਇੱਥੇ ਆਪਣੇ ਕਾਪਰ ਸਲਫੇਟ ਦਾ ਆਪਾਂ ਘੋਲ ਪਾਇਆ ਸੀ ਪਰਖਣ ਲਈ A ਦੇ ਅੰਦਰ। ਠੀਕ ਹੈ ਨਾ, ਪਰਖ ਨਲੀ ਸਟੈਂਡ ਹੈ ਆਪਣੇ ਕੋਲ ਪ੍ਰਤੀਕਿਰਿਆ ਮਿਸ਼ਰਣ। ਠੀਕ ਹੈ ਨਾ, ਇਹ ਪਰਖਣ ਨਲੀ ਦੇ ਵਿੱਚ ਆਪਾਂ ਸੋਲਿਊਸ਼ਨ ਪਾਇਆ ਹੋਇਆ ਸੀ ਕਾਪਰ ਸਲਫੇਟ ਦਾ। ਉਸ ਤੋਂ ਬਾਅਦ ਦੇਖੋ ਕੀ ਕੀਤਾ ਸੀ, ਆਪਾਂ ਲੋਹੇ ਦੀ ਮੇਖਾਂ ਲਿੱਤੀਆਂ ਸੀ, ਉਹਨੂੰ ਡਿਬੋਤੀਆਂ ਸੀ ਪਾਣੀ ਦੇ ਅੰਦਰ। ਠੀਕ ਹੈ ਨਾ, ਜਦੋਂ ਉਹਨੂੰ ਪਾਣੀ ਦੇ ਅੰਦਰ ਡਿਬੋਈਆਂ, ਠੀਕ ਹੈ, ਤਾਂ ਜਿਹੜਾ ਕਾਪਰ ਸਲਫੇਟ ਦਾ ਘੋਲ ਵਿੱਚੋਂ ਬਾਹਰ ਕੱਢੀ ਹੋਈ ਲੋਹੇ ਦੀ ਮੇਖ, ਇਹ ਜਿਹੜੀ ਕਿਹੜੀ ਸੀ ਕਾਪਰ ਸਲਫੇਟ ਦੇ ਜਿਹਦੇ ਵਿੱਚ ਕੀ ਸੀਗੀ ਮੇਖ ਜਿਹੜੀ ਬਾਹਰ ਕੱਢੀ ਹੋਈ ਹੈ। ਠੀਕ ਹੈ ਨਾ, ਦੇਖੋ ਰਾਜੇ ਹੁਣ ਇਹਦੇ ਵਿੱਚ ਕਹਿਣ ਦਾ ਕੀ ਮਤਲਬ ਹੈ, ਆਪਾਂ ਕੀ ਲਿੱਤਾ, ਦੇਖੋ ਸੋਲਿਊਸ਼ਨ ਲਿੱਤਾ ਐਵੇਂ ਘੋਲ ਲੈ ਲਿਆ। ਘੋਲ ਦੇਖੋ ਨੀਲੇ ਰੰਗ ਦਾ ਸੀਗਾ ਰਾਜੇ। ਹਾਂਜੀ ਠੀਕ ਹੈ ਨਾ, ਜਿਹੜੇ ਕਾਪਰ ਸਲਫੇਟ ਦੇ ਕ੍ਰਿਸਟਲ ਹੁੰਦੇ ਨੇ ਇਹਨਾਂ ਨੂੰ ਪਾਣੀ 'ਚ ਪਾਓਗੇ ਨੀਲੇ ਰੰਗ ਦੇ ਹੋ ਜਾਂਦੇ, ਨੀਲੇ ਰੰਗ ਦਾ ਹੋ ਗਿਆ। ਹੁਣ ਤੁਸੀਂ ਕੀਤਾ ਆਮ 2 ਮੇਖਾਂ ਲੈ ਲਈਆਂ ਸੀਗੀਆਂ ਜਿਹਨੂੰ ਆਪਾਂ ਰਗੜਨ ਦੀ ਗੱਲ ਕੀਤੀ ਸੀ, 'ਚ ਪਾਤੀਆਂ ਮੇਖਾਂ ਪਾਈਆਂ। ਤੁਸੀਂ 20 ਮਿੰਟ ਬਾਅਦ ਜਦੋਂ ਬਾਹਰ ਕੱਢਿਆ ਨਾ ਮੇਖਾਂ ਨੂੰ, ਤੁਸੀਂ ਕੀ ਦੇਖਿਆ, ਜਿਹੜਾ ਸੋਲਿਊਸ਼ਨ ਸੀਗਾ ਇਹ ਕਿਵੇਂ ਦਾ ਹੋ ਗਿਆ, ਐਵੇਂ ਹੋ ਗਿਆ ਚਿੱਟਾ ਟਰਾਂਸਪੇਰੈਂਟ ਹੋ ਗਿਆ ਇੱਕਦਮ। ਠੀਕ ਹੈ ਨਾ, ਟਰਾਂਸਪੇਰੈਂਟ ਮਤਲਬ ਪਾਰਦਰਸ਼ੀ ਸਮਝਦੇ ਨਾ ਤੁਸੀਂ, ਇੱਕਦਮ ਪਾਣੀ ਵਰਗਾ ਹੋ ਗਿਆ। ਅਤੇ ਜਦੋਂ ਤੁਸੀਂ ਮੇਖਾਂ ਦੇਖੀਆਂ ਨਾ, ਹਾਂਜੀ, ਤਾਂ ਮੇਖੇ ਦੇ ਲੋਹੇ ਦਾ ਪਹਿਲਾਂ ਮੇਰੀ ਮੇਖ ਦਾ ਰੰਗ ਐਵੇਂ ਸੀਗਾ ਲੇਕਿਨ ਬਾਅਦ 'ਚੋਂ ਕਿਵੇਂ ਹੋ ਗਿਆ, ਐਵੇਂ ਹੋ ਗਿਆ। ਠੀਕ ਹੈ ਨਾ, ਇਹ ਜੋ ਹੈ ਆਪਣੀ ਰਿਐਕਸ਼ਨ ਆਪਣੀ ਕਿਰਿਆ ਦੇ ਅੰਦਰ ਹੋਇਆ ਹੈ। ਠੀਕ ਹੈ, ਹੁਣ ਆਪਾਂ ਰੀਜ਼ਨ ਦੇਖਦੇ ਹਾਂ ਕਿ ਇਹ ਚੀਜ਼ ਕਿਉਂ ਹੋਈ ਹੈ। ਠੀਕ ਹੈ ਨਾ, ਇੰਨਾ ਤਰ੍ਹਾਂ 'ਚ ਸਮਝ ਆਇਆ ਤੁਹਾਨੂੰ ਕੀ ਹੋਇਆ ਸੀ। ਪਹਿਲਾਂ ਤਾਂ ਆਪਾਂ ਇਹਦੇ ਵਿੱਚ ਕਾਪਰ ਸਲਫੇਟ ਜਿਹੜਾ ਸੀਗਾ ਘੋਲ ਪਾਇਆ ਸੀਗਾ, ਘੋਲ ਪਾ ਕੇ 'ਚ ਮੇਖਾਂ ਪਾਤੀਆਂ, 20 ਮਿੰਟ ਨਹੀਂ ਰੱਖਿਆ। ਜਦੋਂ ਮੇਖਾਂ ਬਾਹਰ ਕੱਢ ਲਈਆਂ, ਠੀਕ ਹੈ ਨਾ, ਮੇਖ ਪਾਉਣ ਤੋਂ ਪਹਿਲਾਂ ਐਵੇਂ ਸੀ, ਜਦੋਂ ਉਹਨੂੰ ਬਾਹਰ ਕੱਢੀ ਤਾਂ ਐਵੇਂ ਦੀ ਹੋ ਗਈ। ਉਸ ਤੋਂ ਬਾਅਦ ਜਿਹੜਾ ਘੋਲ ਸੀਗਾ ਇੱਕ ਇਹਦੇ ਵਿੱਚ ਤਬਦੀਲ ਹੋ ਗਿਆ ਐਵੇਂ। ਠੀਕ ਹੈ ਨਾ, ਪਾਣੀ ਵਰਗੇ ਚਿੱਟੇ ਜਿਹੇ ਰੰਗ ਦੇ, ਪਾਣੀ ਨਹੀਂ ਲੇਕਿਨ ਚਿੱਟੇ ਜਿਹੇ ਰੰਗ ਵਰਗੇ 'ਚ ਤਬਦੀਲ ਹੋ ਗਿਆ। ਹੁਣ ਦੇਖੋ ਕਹਿੰਦੇ ਮੇਖ ਦਾ ਰੰਗ ਜੋ ਹੈ ਪੂਰਾ ਹੋ ਗਿਆ, ਲੇਕਿਨ ਕਿਉਂ ਹੋ ਗਿਆ। ਠੀਕ ਹੈ, ਅਤੇ ਜਿਹੜਾ ਕਾਪਰ ਸਲਫੇਟ ਦਾ ਘੋਲ ਸੀਗਾ ਉਹ ਮੱਧਮ ਪੈ ਗਿਆ, ਮਤਲਬ ਫਿੱਕਾ ਕਿਉਂ ਪੈ ਗਿਆ। ਇਹ ਨੀਲਾ ਰੰਗ ਦਾ ਸੀ, ਇੱਥੇ ਤਾਂ ਜਮਾ ਹੀ ਨਹੀਂ ਹੈਗਾ। ਕਿਉਂ ਐਵੇਂ ਕਿਉਂ ਹੋਇਆ, ਦੇਖੋ ਇਸ ਕਿਰਿਆ ਦੀ ਆਪਾਂ ਲਿਖਦੇ ਹਾਂ ਜੋ ਪ੍ਰਤੀਕਿਰਿਆ ਹੈ। ਠੀਕ ਹੈ,
ਇਸ क्रिया ਵਿੱਚ ਹੇਠ ਲਿਖੀ ਪ੍ਰਤੀਕਿਰਿਆ ਹੋਈ ਹੈ, ਠੀਕ ਹੈ ਨਾ। Fe ਕੀ ਹੁੰਦਾ, ਆਇਰਨ ਹੁੰਦਾ, ਮੇਖ ਆਇਰਨ ਦੀ ਸੀਗੀ ਆਪਣੇ ਕੋਲ, ਉਹਦੇ ਵਿੱਚ ਆਪਾਂ ਕੀ ਪਾਇਆ ਸੀ, ਕਾਪਰ ਸਲਫੇਟ ਪਾਇਆ ਸੀਗਾ, ਹਾਂਜੀ। ਉਸ ਤੋਂ ਬਾਅਦ ਆਇਰਨ ਕਿਹਦੇ ਨਾਲ ਮਿਲ ਗਿਆ ਸੀ, ਆਪਣਾ ਆਇਰਨ ਸਲਫੇਟ ਬਣਾਤਾ ਸੀ ਉਹਨੇ, ਠੀਕ ਹੈ। ਆ ਜਿਹੜਾ ਬਣਿਆ ਸੀ ਨਾ ਆਪਣੇ ਕੋਲ ਇੱਥੇ ਚਿੱਟਾ ਚਿੱਟਾ, ਇੱਕ ਕੀ ਚੀਜ਼ ਬਣੀ ਸੀ, ਆਇਰਨ ਸਲਫੇਟ ਬਣੀ ਸੀ, ਤੇ ਆਪਣੇ ਕੋਲ ਕਾਪਰ ਕੀ ਆ ਅਲੱਗ ਹੋ ਗਈ ਸੀਗੀ, ਠੀਕ ਹੈ ਰਾਜੇ। ਜਿਹੜੀ ਮੇਖ ਦੇ ਉੱਪਰ ਆਈ ਸੀ ਉਹ ਕਾਪਰ ਆਈ ਸੀ ਆਪਣੇ ਕੋਲ। ਇੱਥੇ ਦੇਖ ਲੈਂਦੇ ਆਪਣੇ ਕੀ ਕਹਿ ਰਹੇ ਨੇ, ਕਹਿੰਦੇ ਇਸ क्रिया ਵਿੱਚ ਆਇਰਨ ਲੋਹੇ ਨੇ ਇੱਕ ਤੱਤ ਕਾਪਰ ਨੂੰ ਬਾਹਰ ਸਲਫੇਟ ਦੇ ਘੋਲ ਤੋਂ ਹਟਾ ਦਿੱਤਾ। ਕੀ ਕਹਿੰਦੇ ਇਸ क्रिया ਵਿੱਚ ਕੀ ਕੀਤਾ, ਕਹਿੰਦੇ ਜਿਹੜਾ ਆਇਰਨ ਸੀਗਾ ਲੋਹੇ ਨੇ ਕੀ ਕੀਤਾ, ਇੱਕ ਹੋਰ ਤੱਤ ਕਾਪਰ ਨੂੰ, ਠੀਕ ਹੈ ਨਾ, ਕਾਪਰ ਸਲਫੇਟ ਦੇ ਘੋਲ ਵਿੱਚੋਂ ਹਟਾ ਦਿੱਤਾ। ਕਾਪਰ ਸਲਫੇਟ ਦੇ ਘੋਲ ਦੇ ਵਿੱਚੋਂ ਕਾਪਰ ਸਲਫੇਟ ਨੂੰ ਅਲੱਗ ਕਰ ਦਿੱਤਾ ਅਤੇ ਉਹਨੂੰ ਮੇਖ ਦੇ ਉੱਪਰ ਜਾ ਕੇ ਵਿਸਥਾਪਿਤ ਕਰ ਦਿੱਤਾ, ਠੀਕ ਹੈ। ਇਸ क्रिया ਨੂੰ ਵਿਸਥਾਪਨ क्रिया ਕਹਿੰਦੇ ਨੇ। ਰਾਜੇ ਇੱਕ ਵਾਰ ਦੁਬਾਰਾ ਸਮਝੋ, ਠੀਕ ਹੈ ਨਾ। ਜੇ ਤੁਹਾਨੂੰ ਨਹੀਂ ਸਮਝ ਆਇਆ ਤਾਂ ਦੇਖੋ, ਇਹ ਆਪਾਂ ਟਿਊਬ ਲਿੱਤੀ, ठीक है ना जी। ये एक ए ट्यूब सीगी, आप दूसरी ले ली बी ट्यूब ले ली अपनी, ठीक है ना। एवं मान लो, ठीक है। बुक के अकॉर्डिंग देख लेने, बुक के अकॉर्डिंग उन्होंने की आपे च की पाया सीगा, हाँ जी CuSO4 कापर सल्फेट का पाया सीगा, हाँ जी आई पाया सीगा। ਉਹਦੇ ਨਾਲ ਆਪਾਂ ਕੀ ਪਾਈਆਂ ਸੀ, ਮੇਖਾਂ ਪਾਈਆਂ ਸੀ ਆਇਰਨ ਵਾਲੀਆਂ, ਆਈ ਹੈ ਆਇਰਨ ਹੈ ਤੇ ਆ ਕਾਪਰ ਸਲਫੇਟ ਹੈ, ਇਹਨਾਂ ਦੋਨਾਂ ਨੂੰ ਪਾਇਆ। ਪਾਉਣ ਤੋਂ 20 ਮਿੰਟ ਬਾਅਦ ਆਪਾਂ ਮੇਖਾਂ ਬਾਹਰ ਕੱਢ ਲਈਆਂ, ਤੇ ਠੀਕ ਹੈ। ਉਸ ਤੋਂ ਬਾਅਦ ਦੇਖਿਆ ਜਦੋਂ ਆਪਾਂ ਮੇਖ ਬਾਹਰ ਕੱਢ ਲਈ ਤਾਂ ਜਿਹੜਾ ਹੌਲੀ ਹੌਲੀ ਜਿਹੜਾ ਪਾਣੀ ਸੀਗਾ ਨਾ ਸਾਰਾ, ਇਹ ਕਿਵੇਂ ਹੋ ਗਿਆ, ਇਹ ਮੱਧਮ ਹੋ ਗਿਆ। ਮੱਧਮ ਮਤਲਬ ਇੱਕਦਮ ਟਰਾਂਸਪੇਰੈਂਟ ਜਿਹਾ ਹੋ ਗਿਆ, ਉੱਪਰ ਦੇਖਿਆ ਸੀ ਨਾ ਟਰਾਂਸਪੇਰੈਂਟ ਹੋ ਗਿਆ, ਤੇ ਜਿਹੜੀ ਕੀਲੇ ਦੇ ਉੱਤੇ ਰੰਗ ਆਏ ਨਾ, ਪੂਰਾ ਰੰਗ ਆ ਗਿਆ। ਤਾਂ ਆਪਾਂ ਉਹੀ ਕੁਐਸਚਨ ਪੁੱਛਦੇ ਪਏ, ਐਵੇਂ ਕੀ ਹੋਇਆ। ਦੇਖੋ ਹੁਣ ਇਵੇਂ ਕਿਉਂ ਹੋਇਆ, ਸੁਣੋ। ਇਹ ਜਿਹੜਾ ਸੋਲਿਊਸ਼ਨ ਸੀਗਾ ਇਹਦੇ ਵਿੱਚ ਕੀ ਸੀਗਾ, ਕਾਪਰ ਸਲਫੇਟ ਸੀ। ਤਾਂ ਇਸ ਸੋਲਿਊਸ਼ਨ ਦੇ ਵਿੱਚ ਕੀ ਹੋਇਆ, ਜਿਹੜਾ ਕਾਪਰ ਸੀਗਾ ਉਹ ਅਲੱਗ ਹੋ ਗਿਆ, ਠੀਕ ਹੈ ਨਾ। ਕਾਪਰ ਕੀ ਅਲੱਗ ਹੋ ਕੇ ਕਿੱਥੇ ਚਲਾ ਗਿਆ, ਉਹ ਮੇਖਾਂ ਦੇ ਉੱਪਰ ਚਲਾ ਗਿਆ। ਔਰ ਜੋ ਪਾਣੀ ਵਿੱਚ ਕਿੰਨਾ ਕੀ ਇਕੱਲਾ ਕੀ ਰਹਿ ਗਿਆ ਸੀਗਾ, ਆਇਰਨ ਸਲਫੇਟ ਰਹਿ ਗਿਆ ਸੀਗਾ, ਠੀਕ ਹੈ ਨਾ ਜੀ। ਇਹ ਆਪਣੇ ਕੋਲ ਜੋ ਹੈ ਇਹਨੂੰ ਕਹਿੰਦੇ ਆਪਾਂ ਵਿਸਥਾਪਨ क्रिया ਬੋਲਦੇ ਹਾਂ, ਜਿਹਨੂੰ ਡਿਸਪਲੇਸਮੈਂਟ, ਮਤਲਬ ਉਹਨੇ ਜਗ੍ਹਾ ਬਦਲਤੀ। ਕਾਪਰ ਕਿਤੇ ਪਹਿਲਾਂ ਪਾਣੀ 'ਚ ਸੀਗਾ, ਹੈ ਨਾ, ਪਾਣੀ ਦੇ ਨਾਲ ਅੱਛੀ ਖਾਸੀ ਬਣਦੀ ਸੀ, ਬਾਅਦ 'ਚੋਂ ਕਿ ਉਹਨੇ ਆਪਣਾ ਰੰਗ ਬਦਲਤਾ, ਆਪਣਾ ਕੀ ਕੀਤਾ ਉਹਨੇ, ਆਪਣੀ ਪਾਰਟੀ ਚੇਂਜ ਕਰ ਲਈ। ਬਾਅਦ 'ਚੋਂ ਕਿਹਦੇ ਉੱਤੇ ਚਲਾ ਗਿਆ, ਮੇਖ ਦੇ ਨਾਲ ਚਲਾ ਗਿਆ। ਉਹ ਕਹਿੰਦਾ ਮੈਂ ਤਾਂ ਮੇਖ ਨਾਲ ਰਹੂੰਗਾ, ਤਾਂ ਭੂਰੇ ਰੰਗ ਦੀ ਉਹਨੂੰ ਮੇਖ ਜਿਹੜੀ ਸੀ ਭੂਰੇ ਰੰਗ ਦੀ ਹੋ ਗਈ, ਠੀਕ ਹੈ। ਉਹਨੇ ਕੁਛ ਹੋਰ ਉਦਾਹਰਨ ਦਿੱਤੀਆਂ ਨੇ, ਜ਼ਿੰਕ ਦੀ ਦਿੱਤੀ ਹੈ। ਜ਼ਿੰਕ ਅਗਰ ਤੁਸੀਂ ਪਾਓਗੇ ਕਾਪਰ ਸਲਫੇਟ ਦੇ ਵਿੱਚ, ਠੀਕ ਹੈ ਨਾ, ਉਹ ਜ਼ਿੰਕ ਸਲਫੇਟ ਬਣਾ ਕੇ ਦੇਗਾ। ਇਹਦੇ ਲਿਡ, ਠੀਕ ਹੈ, ਉਹਨੂੰ ਕਾਪਰ ਕਲੋਰਾਈਡ ਪਾ ਕੇ ਦੋਗੇ ਤਾਂ ਲਿਡ ਕਲੋਰਾਈਡ ਬਣਾ ਦੇਗਾ, ਕਾਪਰ ਅਲੱਗ ਕਰ ਦੇਗਾ, ਠੀਕ ਹੈ ਨਾ ਜੀ। ਹੁਣ ਦੇਖੋ, ਹੁਣ ਤੁਸੀਂ ਪੁੱਛੋਗੇ ਮੈਮ ਚਲੋ ਠੀਕ ਹੈ ਜੀ, ਤੁਸੀਂ ਕਿਹਾ ਆਪਾਂ ਬੀਕਰ ਲੈ ਲਿਆ ਸੀ, ਉਹਦੇ ਅੰਦਰ ਆਪਾਂ ਕਾਪਰ ਸਲਫੇਟ ਦਾ ਘੋਲ ਪਾਤਾ, ਘੋਲ ਪਾ ਕੇ ਤੁਸੀਂ ਮੇਖਾਂ ਕਹੀਆਂ ਸੀ ਉਹ ਵੀ ਪਾਤੀਆਂ। ਮੇਖਾਂ ਪਾਉਣ ਤੋਂ ਬਾਅਦ 20 ਮਿੰਟ ਤੋਂ ਬਾਅਦ ਇਹ ਦੇਖਿਆ ਕਿ ਜਿਹੜਾ ਘੋਲ ਸੀਗਾ ਉਹ ਇੱਕਦਮ ਟਰਾਂਸਪੇਰੈਂਟ ਹੋ ਗਿਆ, ਅਤੇ ਜਿਹੜੀ ਮੇਖ ਸੀ ਉਹਦੇ 'ਤੇ ਭੂਰੇ ਰੰਗ ਦਾ ਕਲਰ ਆ ਗਿਆ। ਤਾਂ ਉੱਪਰ ਮੈਡਮ ਤੁਸੀਂ ਕਹਿੰਦੇ ਪਏ ਹੋ ਕਿ ਜੋ ਭੂਰੇ ਰੰਗ ਦਾ ਕਲਰ ਆਇਆ ਉਹ ਕਾਪਰ ਸਲਫੇਟ ਦਾ ਜਿਹੜਾ ਸੋਲਿਊਸ਼ਨ ਸੀ, ਘੋਲ ਸੀਗਾ, ਉਹ ਕਲਰ ਹੈਗਾ ਵਾ ਜਿਹੜੀ ਮੇਖ ਦੇ ਉੱਪਰ ਚਲਾ ਗਿਆ, ਹੈ ਨਾ। ਉਹ ਜਿਹੜਾ ਘੋਲ ਹੈ ਉਹ ਇਕੱਲਾ ਕੀ ਬਣ ਗਿਆ, ਆਇਰਨ, ਜਿਹੜਾ ਆਇਰਨ ਸਲਫੇਟ ਦਾ ਕੀ ਹੈ ਸੋਲਿਊਸ਼ਨ ਬਣ ਗਿਆ। ਉਹ ਵੀ ਮੈਂ ਗੱਲ ਮੰਨ ਲਈ ਮੈਡਮ, ਲੇਕਿਨ ਇਹ ਹੋਇਆ ਕਿਉਂ ਕਾਪਰ ਮੇਖ ਦੇ ਉੱਤੇ ਚਲਾ ਗਿਆ, ਠੀਕ ਹੈ ਰਾਜੀ। ਇਹ ਸਾਰਾ ਹੋਇਆ ਵਾ ਰਿਐਕਟੀਵਿਟੀ, ਠੀਕ ਹੈ, ਰਿਐਕਟੀਵਿਟੀ ਕਹਿੰਦੇ ਨੇ ਉਸਨੂੰ। ਆਪਾਂ ਅੱਗੇ ਪੜਾਂਗੇ, ਮਤਲਬ ਕਿ ਕੋਈ ਜਿਹੜਾ ਮੈਟਲ ਹੈ, ਠੀਕ ਹੈ ਨਾ। ਹੁਣ ਦੇਖੋ ਕਾਪਰ ਸੀਗਾ ਤੇ ਆਇਰਨ ਸੀਗਾ, ਠੀਕ ਹੈ, ਦੋ ਮੈਟਲ ਸੀਗੇ। ਹੁਣ ਇੱਕ ਆਇਰਨ ਆਪਣੇ ਕੋਲ ਸੀਗਾ, ਐਵੇਂ ਸੀਗਾ ਨਾ, ਇੱਕ ਆਇਰਨ ਸੀਗਾ ਔਰ ਆਪਣੇ ਕੋਲ ਕਾਪਰ ਸੀਗਾ, ਦੋ ਚੀਜ਼ਾਂ ਸੀਗੀਆਂ ਆਪਣੇ ਕੋਲ, ਠੀਕ ਹੈ ਨਾ। ਹੁਣ ਦੇਖੋ ਇਹਦਾ ਕਿਉਂ ਹੋਇਆ ਵਾ, ਕਹਿੰਦਾ ਜਿਹੜਾ ਆਇਰਨ ਹੈ ਔਰ ਜਿਹੜਾ ਕਾਪਰ ਹੈ, ਇਹਨਾਂ ਦੇ ਵਿੱਚੋਂ ਕਿਹੜਾ ਮੈਟਲ ਜਿਹੜਾ ਹੈ ਰਿਐਕਟਿਵ ਹੈ। ਰਿਐਕਟਿਵ ਕਹਿਣ ਦਾ ਭਾਵ ਇਹ ਹੈ ਕਿ ਕਿਹੜਾ ਮੈਟਲ ਜੋ ਹੈ ਉਹ ਮਤਲਬ ਪੰਜਾਬੀ ਦੇ ਵਿੱਚ ਅਗਰ ਆਪਾਂ ਗੱਲ ਕਰੀਏ, ਉਹਨੂੰ ਕਹੀਏ ਕਿ ਕਿੰਨਾ ਕੁ ਜ਼ਿਆਦਾ ਦੂਸਰਿਆਂ ਦੇ ਨਾਲ ਉਹ ਕਿਰਿਆਵਾਂ ਕਰਦਾ ਹੈ, ਠੀਕ ਹੈ ਨਾ। ਐਵੇਂ ਕਹਿੰਦੇ ਆ ਕਿ ਜਿਹੜਾ ਹਾਈਲੀ ਰਿਐਕਟਿਵ ਹੁੰਦਾ ਹੈ, ਠੀਕ ਹੈ ਨਾ। ਆਇਰਨ ਕੀ ਸੀਗਾ, ਜ਼ਿਆਦਾ ਰਿਐਕਟਿਵ ਸੀਗਾ। कैनो है ताकतवर, चलो एवं मान लेने ताकतवर। आयरन तो कॉपर सबसे ज़्यादा ताकतवर कौन होंगे, हाँ जी आयरन होंगे, ठीक है ना। ये पूरी ना एक सीरीज़ है, आप अगे पढ़ांगे, ठीक है ना। तो आयरन की है सबसे ज़्यादा ताकतवर सीगा, इस करके आयरन ने किया कॉपर को भगा के मारिया साइड पर कि चल भाई तू तो साइड पर, मैं जाऊँगा कि हाँ जी कि जाऊँगा सल्फेट के नाल। तो आयरन चला गया सल्फेट के नाल, कॉपर बेचारे को कला करता इन्हें, ठीक है राजे। तो ये सी अपनी विस्थापन क्रिया। चलो दूसरी पढ़ लेने, दोहरा विस्थापन। इतने आ गई कि डबल, ठीक है, दो पहले एक देखी से हम डबल देख लेने। हम देखो की बोल रहे हैं, कहते आ देखो कहते एक परख नली विच लगभग 3 मिलीमीटर सोडियम सल्फेट का घोल लो। ये आप परख नली लै ली, ये किया आप की लिता आप, हाँ जी की बोलाने सोडियम सल्फेट का घोल लै लिया, ठीक है, हाँ जी। आ देखो आ रही है ना, इतने भी सोडियम सल्फेट का घोल है। एक होर परख नली विच लगभग 3 मिलीमीटर बैरियम क्लोराइड, ये की लै लिया आप बैरियम क्लोराइड, ये की लै लिया आप सोडियम सल्फेट, ठीक है। आ देखो इतने है सोडियम सल्फेट और इतने है बैरियम क्लोराइड लै लिया। उस तो बाद दोवें घोलों को मिला दो, फिर तुसीं की देखोगे। चलो देखते हैं हम आप की देखिया इतने, देखो तुसीं वेखोगे कि चिट्टे रंग का एक पदार्थ पैदा होया, चिट्टे रंग का एक पदार्थ जो है उत्पन्न होया जो पानी विच अकुल है, जो पानी दे विच नहीं घुलता पिया। इस उपजी अते अकुल पदार्थ नूं
ਪ੍ਰੈਸੀਪੀਟੇਟ ਆਖਦੇ ਹਨ, ਠੀਕ ਹੈ ਨਾ, ਜੋ ਕਿ ਪਾਣੀ ਦੇ ਵਿੱਚ ਘੁਲਦਾ ਨਹੀਂ ਪਿਆ ਤੇ ਉਤਪੰਨ ਹੋਇਆ ਹੈ। ਉਹ ਰਸਾਇਣਿਕ ਕਿਰਿਆ ਜਿਸ ਵਿੱਚ ਅਵਖੇਪ ਪੈਦਾ ਹੁੰਦੇ ਹਨ ਉਸ ਨੂੰ ਅਵਖੇਪਨ ਕਿਰਿਆ ਕਹਿੰਦੇ ਹਨ, ਠੀਕ ਹੈ। ਜਿਹੜੀ ਕਿਰਿਆ ਜਿਸ ਦੇ ਵਿੱਚ ਕੀ ਪੈਦਾ ਹੁੰਦੇ ਹਨ, ਅਵਖੇਪ ਪੈਦਾ ਹੁੰਦੇ ਹਨ, ਉਸ ਨੂੰ ਅਵਖੇਪਨ ਕਿਰਿਆ ਆਖਿਆ ਜਾਂਦਾ ਹੈ, ਠੀਕ ਹੈ ਰਾਜੇ। ਸੁਣੇ ਤਾਂ ਆਈ ਹੋਪ ਜਿਹੜੇ ਤੁਹਾਨੂੰ ਇਹ ਸਮਝ ਆਏਗਾ ਕਿ ਅਵਖੇਪਨ ਕਿਰਿਆ ਕੀ ਹੈ, ਜਿਹਨੇ ਪੈਟ ਆਪਣਾ ਨੂੰ ਕੀ ਬਣਾ ਕੇ ਦਿੱਤੇ, ਪ੍ਰੈਸੀਪੀਟੇਟ, ਠੀਕ ਹੈ ਨਾ, ਇਹ ਬਣਾ ਕੇ ਦਿੱਤੇ। ਇਹ ਕਿਵੇਂ ਦੇ ਹੁੰਦੇ ਨੇ, ਦੇਖੋ ਐਵੇਂ ਦੇ ਹੁੰਦੇ ਨੇ ਜਿਵੇਂ ਘੁੱਲ ਨਹੀਂ ਸਕਦੇ ਪਾਣੀ ਦੇ ਅੰਦਰ, ਠੀਕ ਹੈ ਨਾ, ਤੇ ਨਾ ਹੀ ਲਿਕੁਇਡ ਦੇ ਵਿੱਚ ਆਏ, ਤਾਂ ਨਾ ਹੀ ਗੈਸ ਤੇ ਨਾ ਹੀ ਸੋਲਿਡ ਦੇ ਵਿੱਚ ਆਏ, ਠੀਕ ਹੈ ਨਾ, ਵਿੱਚ ਵਿਚਾਲੇ ਜੇ ਹੁੰਦੇ ਨੇ ਆ, ਠੀਕ ਹੈ ਨਾ। ਹਾਂਜੀ, ਤਾਂ ਕੀ ਬੋਲਿਆ, ਕਹਿੰਦੇ ਜਿਹੜੀ ਇਹ ਉਹ ਰਸਾਇਣਿਕ ਕਿਰਿਆ ਜਿਸ ਵਿੱਚ ਅਵਖੇਪ ਪੈਦਾ ਉਸ ਨੂੰ ਅਵਖੇਪਨ ਕਿਰਿਆ ਕਹਿੰਦੇ ਹਨ। ਹੁਣ ਦੇਖੋ ਸੋਡੀਅਮ ਸਲਫੇਟ ਸੀਗਾ, ਬੈਰੀਅਮ ਕਲੋਰਾਈਡ ਸੀਗਾ, ਹਾਂਜੀ, ਉਸ ਤੋਂ ਬਾਅਦ ਬੈਰੀਅਮ ਸਲਫੇਟ ਐਂਡ ਸੋਡੀਅਮ ਕਲੋਰਾਈਡ ਬਣ ਗਏ। ਦੇਖੋ ਕੀ ਹੋਇਆ, ਕਹਿੰਦੇ ਇੱਥੇ ਕੀ ਸੀਗਾ, ਸੋਡੀਅਮ ਸਲਫੇਟ ਸੀ, ਇੱਥੇ ਕੀ ਸੀਗਾ, ਬੈਰੀਅਮ ਕਲੋਰਾਈਡ ਸੀਗਾ, ਇੱਥੇ ਕੀ ਬਣ ਗਿਆ, BaSO4, ਮਤਲਬ ਕਿ ਆ ਦੇਖੋ ਇਹਦਾ ਜੋ ਬੈਰੀਅਮ ਸੀਗਾ ਇਹ ਕਿਹਦੇ ਨਾਲ ਚਲਾ ਗਿਆ, SO4 ਦੇ ਨਾਲ, ਤੇ ਇਹਦਾ ਜਿਹੜਾ ਸੋਡੀਅਮ ਸੀ ਕਿਹਦੇ ਨਾਲ ਚਲਾ ਗਿਆ, Cl ਦੇ ਨਾਲ, ਹੈ ਨਾ, ਠੀਕ ਹੈ। ਅਜਿਹਾ ਕਿਉਂ ਹੁੰਦਾ, ਦੇਖੋ ਅਜਿਹਾ ਕਿਉਂ ਹੁੰਦਾ ਹੈ, ਐਵੇਂ ਡਬਲ ਡਿਸਪਲੇਸਮੈਂਟ, ਹੈ ਨਾ। ਡਬਲ ਡਿਸਪਲੇਸਮੈਂਟ ਕਹਿਣ ਦਾ ਭਾਵ ਹੈ ਕਿ ਪਹਿਲਾਂ ਐਵੇਂ ਹੋਇਆ ਸੀਗਾ ਕਿ ਦੇਖੋ ਇੱਕ ਬੱਚਾ ਸੀਗਾ, ਠੀਕ ਹੈ, ਸਮਾਰਟ ਜਾਂ ਕਲਾਸ ਇੰਟੈਲੀਜੈਂਟ ਬੱਚਾ ਜਿਹਨੂੰ ਕਹਿੰਦੇ ਆ, ਠੀਕ ਹੈ ਨਾ। ਹਾਂਜੀ, ਇਹ ਬੱਚਾ ਸੀਗਾ, ਪਹਿਲਾਂ ਵਾਲੀ ਰਿਐਕਸ਼ਨ ਦੀ ਗੱਲ ਕਰਦੇ ਡਿਸਪਲੇਸਮੈਂਟ ਰਿਐਕਸ਼ਨ ਦੀ, ਠੀਕ ਹੈ ਨਾ। ਇਹ ਬੱਚਾ ਸੀਗਾ ਤੇ ਇੱਕ ਸੀਗਾ ਵਿਚਾਰਾ ਵੀਕ ਜਿਹਾ ਬੱਚਾ, ਠੀਕ ਹੈ ਨਾ। ਇਹਨਾਂ ਵਿੱਚੋਂ ਕਿਸੇ ਇੱਕ ਬੱਚੇ ਨੂੰ ਚੁਣਨਾ ਸੀਗਾ, ਕਿਹਦੇ ਲਈ ਚੁਣਨਾ ਸੀਗਾ ਆਪਾਂ, ਕੋਈ ਅੱਛਾ ਕੰਮ ਕਰਾਉਣ ਦੇ ਲਈ ਚੁਣਨਾ ਸੀ। ਹੁਣ ਦੇਖੋ ਤਾਕਤਵਰ ਕੌਣ ਹੈ, ਇਹ ਬੱਚਾ ਹੋਏਗਾ, ਤੇ ਇਹ ਬੱਚਾ ਕੀ ਕਰੇਗਾ, ਆਪਣੇ ਆਪ ਭੱਜ ਕੇ ਕੀ ਹੈ ਇਹ ਜਗ੍ਹਾ ਲੈ ਲਏਗਾ, ਠੀਕ ਹੈ ਨਾ, ਔਰ ਇਹ ਜਿਹੜਾ ਵਿਚਾਰਾ ਵੀਕ ਬੱਚਾ ਪਿੱਛੇ ਰਹਿ ਜਾਏਗਾ, ਹੈ ਨਾ। ਹੁਣ ਦੇਖੋ ਹੁਣ ਇਸ ਡਬਲ ਡਿਸਪਲੇਸਮੈਂਟ ਰਿਐਕਸ਼ਨ ਦੇ ਅੰਦਰ ਕੀ ਸੀਗਾ, ਜਿਹੜੀ ਆਪਾਂ ਦੇਖਿਆ ਦੋਹਰੀ, ਜਿਹੜੀ ਆਪਾਂ ਹੁਣੀਆਂ ਪੜ੍ਹੀ ਆ ਦੇਖੋ ਦੋਹਰਾ ਵਿਸਥਾਪਨ ਪ੍ਰਤੀਕਿਰਿਆ, ਇਹਦੇ ਵਿੱਚ ਸੀਗਾ, ਦੇਖੋ ਕੀ ਹੋਇਆ, ਇਹਦੇ ਵਿੱਚ ਕੀ ਹੈ, 4 ਬੱਚੇ ਨੇ, ਇੱਕ ਹੈ, ਇਹ ਦੂਸਰਾ ਹੈ, ਇੱਕ ਆ ਤੀਸਰਾ ਹੈ, ਇੱਕ ਆ ਚੌਥਾ ਬੱਚਾ ਹੈ, ਠੀਕ ਹੈ ਨਾ। ਹੁਣ ਐਵੇਂ ਬੱਚੇ ਨੇ ਆ, ਹੁਣ ਇਹ ਕੀ ਕਹੇਗਾ, ਆ ਜਿਹੜਾ ਆ ਵਾਲਾ ਆ ਜਿਹੜੇ ਹੱਸਦੇ ਨੇ, ਇਹ ਕਹਿੰਦੇ ਆਪਾਂ ਦੋਨਾਂ ਦਾ ਹਸਮੁਖ ਨੇ, ਆਪਾਂ ਐਂ ਕਰਦੇ ਆਪਾਂ ਇਕੱਠੇ ਹੋ ਜਾਂਦੇ ਆ, ਇੱਕ ਹਸਮੁਖ ਆ ਗਿਆ, ਆ ਇੱਕ ਹਸਮੁਖ ਆ ਗਿਆ, ਆ ਤੁਹਾਡੇ ਰੋਂਦੂ ਬੱਚੇ ਸੀਗੇ ਇਕੱਠੇ ਹੋ ਗਏ ਆਪਣੇ, ਠੀਕ ਹੈ ਨਾ। ਉਵੇਂ ਇੱਥੇ ਹੀ ਹੋਇਆ, ਇੱਥੇ Na ਸੀ ਸੋਡੀਅਮ, ਠੀਕ ਹੈ ਨਾ, ਇਹ ਕਿਹਦੇ ਨਾਲ ਮਿਲ ਗਿਆ, Cl ਦੇ ਨਾਲ ਮਿਲ ਗਿਆ, ਅਤੇ ਜੇ Ba ਸੀ ਉਹ ਬੈਰੀਅਮ ਸੀ ਉਹ ਕਿਹਦੇ ਨਾਲ ਮਿਲ ਗਿਆ, ਸਲਫੇਟ ਦੇ ਨਾਲ। ਹੁਣ ਦੇਖੋ ਐਵੇਂ ਕਿਉਂ ਹੋਇਆ, ਕਹਿੰਦੇ ਬੈਰੀਅਮ ਸਲਫੇਟ ਦਾ ਚਿੱਟਾ ਅਵਖੇਪ ਹੁਣੀ ਪੜ੍ਹਿਆ ਆਪਾਂ, ਪ੍ਰੈਸੀਪੀਟੇਟ ਟਾਈਪ ਦਾ, ਠੀਕ ਹੈ ਨਾ, Ba2 ਪੋਜ਼ੀਟਿਵ, ਠੀਕ ਹੈ ਨਾ, ਐਂਡ SO4 2 ਨੈਗੇਟਿਵ, ਠੀਕ ਹੈ, ਦੀ ਆਪਸੀ ਕਿਰਿਆ ਦੇ ਨਤੀਜੇ ਵਜੋਂ ਪੈਦਾ ਹੁੰਦੀ ਹੈ। ਹੁਣ ਕੀ ਬੋਲ ਰਹੇ, ਕਹਿੰਦੇ ਜਿਹੜਾ ਬੈਰੀਅਮ ਸਲਫੇਟ ਹੈ, ਠੀਕ ਹੈ, ਜਿਹੜਾ ਬੈਰੀਅਮ ਸਲਫੇਟ ਆਪਣਾ ਕਿੱਥੇ ਆ ਰਿਹਾ, ਠੀਕ ਹੈ ਨਾ, ਜਿਹੜਾ ਇਹਦਾ ਚਿੱਠਾ ਅਵਖੇਪ ਹੁੰਦਾ ਹੈ, ਠੀਕ ਹੈ ਨਾ, ਉਹ ਇਹਨਾਂ ਦੋਨਾਂ ਦੀ ਕਿਰਿਆ ਦੇ ਨਾਲ ਕਰਕੇ ਪੈਦਾ ਹੁੰਦਾ ਹੈ। ਇੱਕ ਹੋਰ ਉਤਪਾਦ ਸੋਡੀਅਮ ਕਲੋਰਾਈਡ ਵੀ ਬਣਦਾ ਹੈ ਜੋ ਕਿ ਕੋਲ ਵਿੱਚ ਹੀ ਰਹਿੰਦਾ ਹੈ, ਠੀਕ ਹੈ ਨਾ। ਇੱਕ ਹੋਰ ਚੀਜ਼ ਬਣਦੀ ਹੈ, ਉਹ ਕੀ ਬਣਦੀ ਹੈ, ਸੋਡੀਅਮ ਕਲੋਰਾਈਡ, ਲੇਕਿਨ ਉਹ ਕਿਹਦੇ ਵਿੱਚ ਹੁੰਦੀ ਹੈ, ਸੋਲਿਊਸ਼ਨ ਦੇ ਵਿੱਚ ਹੀ ਹੁੰਦੀ ਹੈ। ਉਹ ਰਸਾਇਣਿਕ ਕਿਰਿਆ ਜਿਸ ਅਭਿਕਾਰਕਾਂ ਦੇ ਆਇਨਾਂ ਦੀ ਅਦਲੀ ਬਦਲੀ ਹੁੰਦੀ ਹੈ। ਦੇਖੋ ਇੱਥੇ ਕਿਹਦੀ ਗੱਲ ਹੋ ਰਹੀ, ਆਇਨਸ ਦੀ ਗੱਲ ਹੋ ਰਹੀਆਂ ਨੇ, ਠੀਕ ਹੈ ਨਾ, ਜਿਨ੍ਹਾਂ ਦੇ ਆਇਨਾਂ ਦੀ ਅਦਲਾ ਬਦਲੀ ਹੁੰਦੀ ਹੈ ਉਸ ਨੂੰ ਦੋਹਰਾ ਵਿਸਥਾਪਨ ਕਹਿੰਦੇ। ਜਿੱਥੇ ਆਪਾਂ ਆਇਨਸ ਦੀ ਗੱਲ ਕਰਦੇ ਪਏ ਹਾਂ, ਠੀਕ ਹੈ ਨਾ ਰਾਜੇ, ਇੱਥੇ ਕੀ ਹੋ ਰਿਹਾ, ਆਇਨਸ ਦੀ ਗੱਲ ਹੋਈ ਹੈ, ਠੀਕ ਹੈ ਨਾ, ਉਹਨਾਂ ਦੀ ਅਦਲਾ ਬਦਲੀ ਹੁੰਦੀ ਹੈ, ਤਾਂ ਉੱਥੇ ਕਿਹੜੀ ਕਿਰਿਆ ਹੁੰਦੀ ਹੈ, ਵਿਸਥਾਪਨ ਕਿਰਿਆ ਹੁੰਦੀ ਹੈ, ਠੀਕ ਹੈ, ਦੋਹਰਾ ਵਿਸਥਾਪਨ ਉੱਥੇ ਹੁੰਦਾ ਹੈ। ਹਾਂਜੀ, ਚਲੋ ਹੁਣ ਆਪਾਂ ਦੇਖਦੇ ਹਾਂ ਆਪਣਾ ਜੋ ਲਾਸਟ ਇੱਥੇ ਐਗਜ਼ਾਮਪਲ ਹੈਗੀ ਇਹਦੀ, ਉਹ ਹੈਗੀ ਹੈ ਕਿਸਮ ਹੈਗੀ ਹੈ ਕਿਸ ਦੀ, ਆਕਸੀਕਰਨ ਅਤੇ ਲਘੂਕਰਨ, ਆਕਸੀਡੇਸ਼ਨ ਐਂਡ ਰਿਡਕਸ਼ਨ। ਆਕਸੀਡੇਸ਼ਨ ਮਤਲਬ ਆਕਸੀਕਰਨ ਦਾ ਮਤਲਬ ਹੁਣ ਕੀ ਹੋਏਗਾ, ਔਰ ਦੂਸਰਾ ਹੈ ਲਘੂਕਰਨ ਦਾ ਮਤਲਬ ਇੱਥੇ ਕੀ ਦੱਸਿਆ, ਰਿਡਕਸ਼ਨ ਦਾ ਮਤਲਬ ਘਟਣਾ ਹੁੰਦਾ ਹੈ। ਆਪਾਂ ਉਹ ਪੜ੍ਹਦੇ ਹਾਂ ਹੁਣ ਦੇਖੋ। ਫਿਰ ਲੈ ਲਈ ਉਹਨਾਂ ਨੇ ਚਾਈਨਾ ਪਲੇਟ ਆਪਣੀ ਬਹੁਤ ਫੇਵਰੇਟ ਹੈ, ਠੀਕ ਹੈ ਨਾ, ਪੂਰੀ ਸਾਇੰਸ ਦੇ ਵਿੱਚ ਤੁਹਾਨੂੰ ਚਾਈਨਾ ਪਲੇਟ ਦੇਖਣ ਨੂੰ ਮਿਲਣਗੀਆਂ। ਡਿਸ਼ ਵਿੱਚ ਲਗਭਗ 1 ਗ੍ਰਾਮ ਕੀ ਲੈ ਲੈਣਾ ਆਪਾਂ, ਕਾਪਰ ਲੈ ਲੈਣਾ, ਆਲੂ 'ਚ ਚੱਕ ਲਈ ਚਾਈਨਾ ਪਲੇਟ, ਹਾਂਜੀ, ਵਿੱਚ ਆਪਾਂ ਪਾ ਲਿਆ ਆਪਾਂ, ਹਾਂਜੀ, ਕਾਪਰ ਦਾ ਪਾਊਡਰ ਪਾ ਲਿਆ। ਉਸ ਤੋਂ ਬਾਅਦ ਤੁਸੀਂ ਕੀ ਦੇਖੋਗੇ ਜਦੋਂ ਇਹਨੂੰ ਗਰਮ ਕਰਾਂਗੇ, ਠੀਕ ਹੈ ਨਾ ਰਾਜੇ, ਫਿਰ ਆਪਾਂ ਕੀ ਦੇਖਾਂਗੇ, ਚਲੋ ਇਹ ਵੀ ਦੇਖ ਲੈਂਦੇ ਆਪਾਂ ਹੁਣ ਕਿ ਆਪਾਂ ਕੀ ਦੇਖਾਂਗੇ। ਹਾਂਜੀ, ਕਾਪਰ ਪਾਊਡਰ ਦੀ ਪਰਤ ਕਾਲੇ ਰੰਗ ਕਾਪਰ ਆਕਸਾਈਡ ਨਾਲ ਢਕੀ ਗਈ ਹੈ। ਕੀ ਹੋਇਆ, ਕਹਿੰਦੇ ਜੋ ਕਾਪਰ ਪਾਊਡਰ ਦੀ ਪਰਤ ਸੀਗੀ ਨਾ ਉਹ ਕਾਲੇ ਰੰਗ ਦੇ ਕਾਪਰ ਆਕਸਾਈਡ ਦੇ ਨਾਲ ਢਕੇਗੀ। ਇਹ ਕਾਲਾ ਪਦਾਰਥ ਕਿਉਂ ਬਣਿਆ, ਹੁਣ ਇਹ ਕਿਉਂ ਬਣਿਆ, ਇਸ ਗੱਲ ਪੁੱਛਦੇ ਪਏ ਨੇ। ਕਹਿੰਦੇ ਇਹ ਕਾਪਰ ਨਾਲ ਆਕਸੀਜਨ ਦੇ ਮਿਲਣ ਨਾਲ ਕਾਪਰ ਆਕਸਾਈਡ ਬਣਨ ਕਰਕੇ ਬਣੀ ਹੈ। ਕਿਵੇਂ ਬਣੀ ਹੈ, ਦੇਖੋ ਕਿਹਦੇ ਨਾਲ, ਕਾਪਰ ਸੀਗਾ, ਕਾਪਰ ਨਾਲ ਦੇ ਆਕਸੀਜਨ ਆਈ। ਹੁਣ ਤੁਸੀਂ ਕਹਿੰਦੇ ਮੈਡਮ ਆਕਸੀਜਨ ਕਿੱਥੋਂ ਆਈ, ਰਾਜੇ ਹਵਾ 'ਚ ਤਾਂ ਪ੍ਰੈਜ਼ੈਂਟ ਹੁੰਦੀ ਹੈ, ਹਵਾ 'ਚ ਹੀ ਗਰਮ ਹੋ ਰਿਹਾ ਸੀਗਾ ਨਾ, ਆਹ ਦੇਖੋ ਹਵਾ 'ਚ ਹੀ ਗਰਮ ਹੋ ਰਿਹਾ ਇੱਥੇ ਆ ਇਸ ਵਾਲੀ ਸਾਈਡ 'ਤੇ, ਠੀਕ ਹੈ ਨਾ। ਇਹਦੇ ਕਾਪਰ ਸੀਗਾ, ਇਹਨੂੰ ਹਵਾ ਲੱਗੀ, ਠੀਕ ਹੈ,
ਕਿਹੜੀ ਹਵਾ ਲੱਗੀ, ਉਹ ਵਾਲੀ ਹਵਾ ਨਹੀਂ ਜਿਹੜੀ ਨਾਰਮਲ ਹਵਾ ਹੁੰਦੀ ਜਿਹਨਾਂ ਸਾਹ ਲੈਂਦੇ ਆ, ਠੀਕ ਹੈ ਨਾ। ਹਾਂਜੀ, ਉਹ ਵਾਲੀ ਹਵਾ ਲੱਗੀ ਕਾਪਰ ਨੂੰ, ਠੀਕ ਹੈ ਨਾ। ਤੇ ਹੀਟ ਤਾਂ ਮਿਲ ਹੀ ਰਹੀ ਸੀ, ਤਾਂ ਉਹਨੇ ਕੀ ਬਣਾਇਆ, ਕਾਪਰ ਆਕਸਾਈਡ ਬਣਾਤਾ। ਜਿਹੜੀ ਕਾਲੀ ਲੇਅਰ ਸੀਗੀ ਨਾ ਉੱਪਰ ਜਿਹੜੀ ਦਿਖਾ ਰਹੀ ਸੀ ਕਾਲਾ ਪਦਾਰਥ, ਉਹ ਕਾਪਰ ਆਕਸਾਈਡ ਹੀ ਹੈ, ਠੀਕ ਹੈ ਨਾ। ਜੇਕਰ ਇਸ ਗਰਮ ਵਸਤੂ ਕਾਪਰ ਆਕਸਾਈਡ ਉੱਤੋਂ ਹਾਈਡਰੋਜਨ ਗੈਸ ਲਗਾਈ ਜਾਂਦੀ ਹੈ ਤਾਂ ਉੱਪਰਲੀ ਕਾਲੀ ਪਰਤ ਭੂਰੇ ਰੰਗ ਦੀ ਹੋ ਜਾਏਗੀ, ਠੀਕ ਹੈ ਨਾ। ਅਗਰ ਆਪਾਂ ਇਹਦੇ ਉੱਪਰ ਹਾਈਡਰੋਜਨ ਗੈਸ ਲਗਾ ਦਈਏ, ਕਿਹੜੇ ਰੰਗ ਦੀ ਹੋ ਜਾਏਗੀ, ਭੂਰੇ ਰੰਗ ਦੀ, ਕਿਉਂਕਿ ਇਸ ਸਥਿਤੀ ਵਿੱਚ ਵਿਪਰੀਤ ਕਿਰਿਆ ਹੋ ਜਾਂਦੀ ਹੈ ਅਤੇ ਕਾਪਰ ਪ੍ਰਾਪਤ ਹੋ ਜਾਂਦਾ ਹੈ, ਠੀਕ ਹੈ ਨਾ। ਮਤਲਬ ਇਹਦੇ ਵਿੱਚ ਆਪਾਂ ਰਿਵਰਸ ਵੀ ਕਰ ਸਕਦੇ ਹਾਂ, ਹੈ ਨਾ, ਕਿ ਅਗਰ ਕਾਪਰ ਤੋਂ ਕਾਪਰ ਆਕਸਾਈਡ ਬਣਿਆ ਹੈ, ਹਾਂਜੀ, ਤਾਂ ਕਾਪਰ ਆਕਸਾਈਡ ਤੋਂ ਅਗਰ ਆਪਾਂ ਹਾਈਡਰੋਜਨ ਪਾਈਏ, ਹਾਈਡਰੋਜਨ ਦੀ ਗੱਲ ਕਰਦੇ ਨੇ, मतलब +H2 कर लिए, हाइड्रोजन कर लिए, फिर अपने को दोबारा की बन जाएगा, अपने को इस विपरीत होके की बन जाएगा, कॉपर ही प्राप्त हो जाएगा। देखो हो गया ना, कॉपर दे विच H2 पाया, CuH2O बन गया, नाल पानी बन गया अपने, ठीक है राजे। जेकर क्रिया दौरान किसी वस्तु ऑक्सीजन प्राप्त करती है, कहते जो क्रिया के टाइम कोई वस्तु ऑक्सीजन प्राप्त करती है, इत्थे कॉपर सीगा, ਉਹਨੇ ਆਕਸੀਜਨ ਨੂੰ ਪ੍ਰਾਪਤ ਕਰਕੇ ਕਾਪਰ ਆਕਸਾਈਡ ਬਣ ਗਈ, ਠੀਕ ਹੈ ਨਾ। ਇਹ ਕਿਹਾ ਜਾਂਦਾ ਹੈ ਕਿ ਉਸ ਦਾ ਕੀ ਹੋ ਗਿਆ ਹੈ, ਆਕਸੀਕਰਨ ਹੋ ਗਿਆ ਹੈ। ਆਕਸੀਕਰਨ ਦਾ ਮਤਲਬ ਹੈ ਕਿ ਆਕਸੀਜਨ ਉਹਦੇ ਅੰਦਰ ਐਡ ਹੋ ਜਾਂਦੀ ਹੈ। ਕਾਪਰ ਕੱਲਾ ਸੀ ਇੱਥੇ, ਨਾਲ ਉਹਨੇ ਆਕਸੀਜਨ ਜੋੜੀ, ਕਾਪਰ ਆਕਸਾਈਡ ਦੋਨੋਂ ਕੀ ਹੋ ਗਏ, ਇਕੱਠੇ ਹੋ ਗਏ ਜੀ, ਠੀਕ ਹੈ। ਸਮਝ ਆਇਆ, ਇਹਦਾ ਮਤਲਬ ਕੀ ਹੋਇਆ, ਇਹਨਾਂ ਦਾ ਆਕਸੀਕਰਨ ਹੋ ਗਿਆ, ਠੀਕ ਹੈ। ਇਹਨੂੰ ਬੋਲਦੇ ਆਕਸੀਕਰਨ। ਹੁਣ ਦੇਖੋ ਕਹਿੰਦੇ ਜੇਕਰ क्रिया दौरान कोई वस्तु ऑक्सीजन प्राप्त करती है तो यह कहा जाता है कि उसका ऑक्सीकरण हो गया। जेकर कोई वस्तु क्रिया दौरान ऑक्सीजन गवा दी, अगर उन्होंने अपनी ऑक्सीजन गवाती, उन्होंने की बोलते हैं, लघुकरण बोलते हैं। की बोलते हैं, लघुकरण हो। इतने दसो ऑक्सीजन मिली है, गवाती उन्हें। इतने देखो कॉपर कितना हस रहा सी ऑक्सीजन के नाल, लेकिन जिद्दां ही ਉਹਦੇ ਅੰਦਰ ਆਪਾਂ ਹਾਈਡਰੋਜਨ ਪਾਈ, ਹੀਟ ਦਿੱਤੀ, ਵਿਚਾਰਾ ਇਕੱਲਾ ਰਹਿ ਗਿਆ ਨਾ ਇਕੱਲਾ। ਹਾਈਡਰੋਜਨ ਦੇ ਨਾਲ ਚਲੀ ਗਈ ਆਕਸੀਜਨ ਤਾਂ, ਹੈ ਨਾ। ਇਹ ਕਿਹੜਾ ਹੈ ਕਿਰਿਆ ਹੈ, ਲਘੂਕਰਨ ਹੈ, ਲਘੂਕਰਨ, ਠੀਕ ਹੈ ਰਾਜੇ। ਜਿਹਦੇ ਵਿੱਚ ਕੀ ਹੁੰਦਾ ਹੈ, ਜਿਸ ਦੇ ਦੌਰਾਨ ਆਪਾਂ ਆਕਸੀਜਨ ਨੂੰ ਗਵਾ ਦਿੰਦੇ ਹਾਂ, ਕੀ ਕਰ ਦਿੰਦੇ ਹਾਂ, ਗਵਾ ਦਿੰਦੇ ਹਾਂ ਆਕਸੀਜਨ ਨੂੰ। ਲਘੂਕਰਨ ਦੇ ਵਿੱਚ, ਆਕਸੀਕਰਨ ਦੇ ਵਿੱਚ ਕੀ ਹੈ, ਆਕਸੀਜਨ ਆਪਣੇ ਕੋਲ ਆ ਜਾਂਦੀ ਹੈ, ਠੀਕ ਹੈ ਸਟੂਡੈਂਟ। ਚਲੋ ਜੀ, ਆਈ ਹੋਪ ਵੀ ਤੁਹਾਨੂੰ ਇਹ ਜੋ ਹੈ ਸਮਝ ਆਇਆ ਹੋਏਗਾ। ਇੱਥੇ ਦੇਖਦੇ ਆਪਾਂ ਹੁਣ ਕੀ ਗਿਆ ਹੈ, ਕਹਿੰਦੇ क्रिया 1.29 ਵਿੱਚ ਕਾਪਰ ਆਕਸਾਈਡ ਵਿੱਚ ਆਕਸੀਜਨ ਦੀ ਕਮੀ ਹੋ ਗਈ ਸੀ, ਇਸ ਲਈ ਇਸ ਦਾ ਲਘੂਕਰਨ ਹੋ ਗਿਆ। ਹੁਣ ਆਪਾਂ ਦੇਖੀ ਨਾ ਉੱਪਰ ਰਿਐਕਸ਼ਨ, ਆ ਦੇਖੋ, ਆਹੀ ਪੜ੍ਹ ਲੈਂਦੇ ਆਪਾਂ ਸਿੱਧਾ, ਤੁਹਾਨੂੰ ਇੱਥੇ ਸਮਝਾਉਣੀ ਹੈ, ਠੀਕ ਹੈ। ਆ ਦੇਖੋ CuO ਸੀਗਾ, ਇਹਦਾ ਲਘੂਕਰਨ ਹੋਇਆ। ਲਘੂਕਰਨ ਦਾ ਮਤਲਬ ਆਕਸੀਜਨ ਹਟ ਗਈ ਵਿਚਾਰੇ ਤੋਂ। ਉੱਥੇ ਹਾਈਡਰੋਜਨ ਦਾ ਕੀ ਹੋਇਆ, ਗਰਮ ਕਰਕੇ ਆਕਸੀਕਰਨ, ਕਿਉਂਕਿ ਹਾਈਡਰੋਜਨ ਦੇ ਨਾਲ ਆਕਸੀਜਨ ਲੱਗ ਗਈ, ਠੀਕ ਹੈ ਨਾ। ਹਾਂਜੀ, ਇਹਨੂੰ ਆਪਾਂ ਹੋਰ ਕੀ ਬੋਲਦੇ ਹਾਂ, ਹਾਂਜੀ ਦੇਖੋ ਉੱਪਰ ਰਿਡੌਕਸ ਬਾਰੇ ਪੜ੍ਹਦੇ ਹਾਂ। ਰਿਡੌਕਸ ਰਿਐਕਸ਼ਨ ਦਾ ਕੀ ਕਹਿ ਰਹੇ ਨੇ ਇੱਥੇ ਆ, ਹਾਂਜੀ। ਇਸ ਲਈ ਇਹ ਆਕ੍ਰਿਸ਼ਿਤ ਹੋਈ ਹੈ। ਦੂਜੇ ਸ਼ਬਦਾਂ ਵਿੱਚ ਕਿਸੇ ਕ੍ਰਿਆ ਵਿੱਚ ਜਦੋਂ ਇੱਕ ਵਸਤੂ ਆਕਸੀਕ੍ਰਿਤ ਹੁੰਦੀ ਹੈ, ਦੂਜੀ ਵਸਤੂ ਲਘੂਕ੍ਰਿਤ ਹੋ ਜਾਂਦੀ ਹੈ। ਅਜਿਹੀ ਕ੍ਰਿਆਵਾਂ ਨੂੰ ਆਕਸੀਕਰਨ, ਲਘੂਕਰਨ ਕਿਰਿਆਵਾਂ ਬੋਲਦੇ ਹਨ। ਕਹਿੰਦੇ ਜਿਹੜੇ ਰਿਐਕਸ਼ਨ ਦੇ ਅੰਦਰ ਦੋਨੋਂ ਚੀਜ਼ਾਂ ਪਰਫੋਰਮ ਹੋ ਰਹੀਆਂ। ਆਪਾਂ ਇੱਕ ਰਿਐਕਸ਼ਨ ਦੇਖੀ ਸੀਗੀ, ਦੇਖੋ ਆਪਾਂ ਉੱਪਰ ਦੇਖੀ ਸੀਗੀ ਕਿ ਕਾਪਰ ਇਕੱਲਾ ਸੀਗਾ, ਫਿਰ ਉਹਦੇ ਅੰਦਰ ਆਕਸੀਜਨ ਮਿਲੀ, ਠੀਕ ਹੈ ਨਾ। ਉਹਨੇ CuO ਬਣਾਤਾ, ਇਹ ਆਕਸੀਕਰਨ ਬਣ ਗਈ ਆਪਣੀ, ਠੀਕ ਹੈ ਨਾ। ਫਿਰ ਆਪਣੇ ਕੋਲ CuO ਆਇਆ ਸੀਗਾ, ਫਿਰ ਇਹਦੇ ਅੰਦਰ ਆਪਾਂ H2 ਮਿਲਾਤਾ, ਹੈ ਨਾ, ਠੀਕ ਹੈ। ਉਹਦੇ ਵਿੱਚ ਆਪਣੀ ਆਕਸੀਜਨ ਹਟ ਗਈ ਸੀਗੀ, ਹਾਂਜੀ, ਲਘੂਕਰਨ ਹੋ ਗਿਆ। ਹੁਣ ਜਦੋਂ ਇੱਕੋ ਹੀ ਰਿਐਕਸ਼ਨ ਦੋਨੋਂ ਚੀਜ਼ਾਂ ਹੋ ਰਹੀਆਂ, ਦੇਖੋ ਇਸ ਰਿਐਕਸ਼ਨ ਅੰਦਰ ਲਘੂਕਰਨ ਵੀ ਹੋ ਰਿਹਾ, ਆ ਦੇਖੋ ਲਘੂਕਰਨ ਵੀ ਹੋ ਰਿਹਾ ਤਾਂ ਆਕਸੀਜਨ ਵੀ ਹੋ ਰਿਹਾ, ਤਾਂ ਉਹਨੂੰ ਕੀ ਬੋਲਦੇ, ਪਰ ਰਿਡੌਕਸ ਕਿਰਿਆਵਾਂ ਬੋਲਦੇ ਨੇ। ਅਜਿਹੀ ਕਿਰਿਆਵਾਂ ਨੂੰ ਆਕਸੀਕਰਨ, ਲਘੂਕਰਨ ਕਿਰਿਆਵਾਂ ਜਾਂ ਰਿਡੌਕਸ ਰਿਐਕਸ਼ਨ ਬੋਲਦੇ ਹਨ। ਕੀ ਬੋਲਦੇ ਨੇ, ਰਿਡੌਕਸ ਰਿਐਕਸ਼ਨ, ਜਿਹਦੇ ਵਿੱਚ ਦੋਨੋਂ ਚੀਜ਼ਾਂ ਹੋ ਰਹੀਆਂ ਨੇ, ਠੀਕ ਹੈ ਰਾਜੇ। ਆਈ ਹੋਪ ਇਹ ਸਮਝ ਆ ਰਹੀਆਂ ਨੇ ਤੁਹਾਨੂੰ, ਠੀਕ ਹੈ। ਆ ਦੇਖੋ ਇਹਨਾਂ ਬਾਰੇ ਦੱਸਿਆ ਹੋਇਆ ਵਾ, ਕਿ ਆਪਾਂ ਇੱਥੋਂ ਦੇਖ ਲੈਂਦੇ ਹਾਂ। ਹਾਂਜੀ, ZNO। ਹੁਣ ਮੈਨੂੰ ਆ ਦੱਸੋ ਰਾਜੇ, ZNO ਦਾ ਕੀ ਹੋ ਰਿਹਾ, ਲਘੂਕਰਨ ਹੋ ਰਿਹਾ ਜਾਂ ਆਕਸੀਕਰਨ ਹੋ ਰਿਹਾ? ਲਘੂਕਰਨ। ਕਿਉਂ? ਕਿਉਂਕਿ ਵਿਚਾਰਾ ਆਕਸੀਜਨ ਨੂੰ ਛੱਡਦਾ ਪਿਆ। ਔਰ ਕਾਰਬਨ ਦਾ ਕੀ ਹੋ ਰਿਹਾ ਹੈ, ਆਕਸੀਕਰਨ ਹੋ ਰਿਹਾ। ਹੁਣ ਇੱਕੋ ਰਿਐਕਸ਼ਨ ਵਿੱਚ ਦੋਨੋਂ ਚੀਜ਼ਾਂ ਹੋ ਰਹੀਆਂ, ਤਾਂ ਮਤਲਬ ਕਿਹੜੀ ਰਿਐਕਸ਼ਨ ਹੋ ਗਈ, ਰਿਡੌਕਸ ਰਿਐਕਸ਼ਨ ਹੋ ਗਈ, ਠੀਕ ਹੈ ਨਾ ਜੀ। ਆਈ ਸਾਰੀ ਜੋ ਚੀਜ਼ਾਂ ਨੇ ਇੱਥੇ ਐਕਸਪਲੇਨ ਕੀਤੀ ਹੋਈ ਹੈ। ਆਈ ਹੋਪ ਜੋ ਇਹ ਟੌਪਿਕ ਹੈ ਤੁਹਾਨੂੰ ਸਮਝ ਆਏਗਾ। ਇਹਦੀ ਕਿਸਮਾਂ ਜਿੰਨੀਆਂ ਆਪਾਂ 4 ਪੜ੍ਹੀਆਂ ਨੇ, ਹੈ ਨਾ, ਠੀਕ ਹੈ। ਅਪਘਟਨ ਪੜ੍ਹੀ ਹੈ, ਸੰਯੋਜਨ ਪੜ੍ਹੀ ਹੈ, ਡਿਸਪਲੇਸਮੈਂਟ ਵਾਲੀ ਜਿਹਨੂੰ ਵਿਸਥਾਪਨ ਬੋਲਦੇ ਹਾਂ, ਅਤੇ ਦੋਹਰਾ ਵਿਸਥਾਪਨ ਪੜ੍ਹਿਆ ਹੈ, ਰਿਡੌਕਸ ਪੜ੍ਹੀ ਹੈ। ਇਹ ਸਾਰੀ ਜੋ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਈ ਹੈ, ਠੀਕ ਹੈ। ਮੈਨੂੰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਿਓ। ਅਗਰ ਤੁਹਾਨੂੰ ਕੋਈ ਵੀ ਡਾਊਟ ਹੈ ਜਾਂ ਤੁਹਾਨੂੰ ਅੱਛੀ ਵੀ ਲੱਗੀ ਵੀਡੀਓ, ਮੈਨੂੰ ਜ਼ਰੂਰ ਦੱਸਿਓ, ਠੀਕ ਹੈ ਨਾ ਜੀ। ਚਲੋ ਨੈਕਸਟ ਟੌਪਿਕ ਹੋਏਗਾ ਆਪਣੀ ਇਸ ਵੀਡੀਓ ਦੇ ਉੱਤੇ ਕਿ ਤੁਸੀਂ ਰੋਜ਼ਾਨਾ ਜੀਵਨ ਵਿੱਚ ਆਕਸੀਜਨ ਕਿਰਿਆਵਾਂ ਦਾ ਪ੍ਰਭਾਵ ਅਨੁਭਵ ਕੀਤਾ ਹੈ, ਠੀਕ ਹੈ। ਇਹਦੇ ਬਾਰੇ ਆਪਾਂ ਸਾਰਾ ਜੋ ਹੈ ਪੜ੍ਹਾਂਗੇ। ਸੋ ਥੈਂਕ ਯੂ ਸੋ ਮਚ ਫॉर ਵਾਚਿੰਗ। ਬਾਏ ਬਾਏ, ਟੇਕ ਕੇਅਰ।